दैनिक सवेरा देख रहे हो तुसीं तां मैं हिम्मत सिंह दिगपाल। ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਆਈ ਹੈ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਕਿ ਐਕਟੀਵਿਟੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਤਾਂ ਅੱਜ ਗੱਲਬਾਤ ਕਰਾਂਗੇ ਲੁਧਿਆਣਾ ਰੇਂਜ ਦੇ ਵਿੱਚ ਬੀਤੇ 1 ਸਾਲ ਦੇ ਵਿੱਚ ਕੀ ਐਕਟੀਵਿਟੀ ਰਹੀ ਹੈ। ਤਾਂ ਸਾਡੇ ਨਾਲ ਆਈਜੀ ਰੇਂਜ ਲੁਧਿਆਣਾ ਡਾਕਟਰ ਕੌਸਤੁਭ ਸ਼ਰਮਾ ਜੀ ਮੌਜੂਦ ਨੇ। ਤਾਂ ਸਭ ਤੋਂ ਪਹਿਲਾਂ ਤਾਂ ਇੱਕ ਨੇਮ ਪਲੇਟ ਦੇਖ ਰਹੇ ਹਾਂ ਅਸੀਂ, ਡਾਕਟਰ ਕੌਸਤੁਭ ਸ਼ਰਮਾ ਜੀ ਨੇ ਜਿਹੜੀ ਕਿ ਸ਼ੁਰੂਆਤ ਹੈ ਕੀਤੀ ਹੈ, ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ 23 ਫਰਵਰੀ ਤੱਕ ਸਾਰੇ ਜਿੰਨੇ ਵੀ ਅਦਾਰਿਆਂ ਨੂੰ ਅਪੀਲ ਕੀਤੀ ਗਈ ਸੀ। ਤਾਂ ਪੰਜਾਬ ਪੁਲਿਸ ਹੈ ਜਿਹੜੀ ਕਿ ਹੁਣ ਪੰਜਾਬੀ ਦੇ ਵਿੱਚ ਰੰਗਦੀ ਨਜ਼ਰ ਆ ਰਹੀ ਹੈ। ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ दैनिक सवेरा टीवी ਤੇ। ਮੈਂ दैनिक सवेरा ਦੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ। ਤੇ ਜਿਹੜਾ ਤੁਸੀਂ ਦੱਸਿਆ ਹੈ ਕਿ ਵੀ ਪੰਜਾਬੀ ਜਿਹੜੀ ਹੈ, ਕਿਉਂਕਿ ਪੰਜਾਬ ਦੀ ਮਾਂ ਬੋਲੀ ਹੈ ਔਰ ਪੰਜਾਬ ਦੀ ਜਿਹੜੀ ਸਰਕਾਰੀ ਜੋ ਹੈ ਆਪਣੀ ਬੋਲੀ ਹੈ ਉਹਦੇ ਵਿੱਚ ਕੰਮ ਕਰਨਾ ਸਾਡੇ ਲਈ ਗਰਵ ਦੀ ਗੱਲ ਹੈ। ਔਰ ਇਸੀ ਕੜੀ ਦੇ ਵਿੱਚ ਹੀ ਅਸੀਂ ਨੇਮ ਪਲੇਟ ਜਿਹੜੀ ਹੈ ਉਹ ਪੰਜਾਬੀ ਵਿੱਚ ਹੁਣ ਲਗਾਈ ਹੋਈ ਹੈ ਔਰ ਇਹਦੀ ਸ਼ੁਰੂਆਤ ਜਿਹੜੀ ਹੈ ਡੀਜੀ ਸਾਹਿਬ ਵੱਲੋਂ ਕੀਤੀ ਗਈ ਸੀ। ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ ਔਰ ਹੌਲੀ ਹੌਲੀ ਜਿਹੜਾ ਹੈ ਜਿਹੜੇ ਵੀ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਉਹਨਾਂ ਨੂੰ ਪੂਰੀ ਤਰੀਕੇ ਸੇ ਲਾਗੂ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ ਸਾਰੀ ਪੰਜਾਬ ਪੁਲਿਸ ਜਿਹੜੀ ਕਿ ਪੰਜਾਬੀ ਦੇ ਵਿੱਚ ਰੰਗਦੀ ਨਜ਼ਰ ਆਊਗੀ। ਨਹੀਂ ਦੇਖੋ, ਇਹ ਤਾਂ ਸਾਡਾ ਬੇਸਿਕਲੀ ਮੈਂ ਦੱਸਿਆ ਕਿ ਵੀ ਕਿਉਂਕਿ ਮਾਂ ਬੋਲੀ ਹੈ ਗਵਰਨਮੈਂਟ ਦੇ ਲਈ ਵੀ ਮਾਣ ਦੀ ਗੱਲ ਹੈ ਕਿ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਔਰ ਇਹ ਸਾਡੇ ਲਈ ਬਹੁਤ ਹੀ ਚੰਗੀ ਗੱਲ ਰਹੇਗੀ ਕਿ ਅਸੀਂ ਜਿਹੜੀ ਹੈ ਲੋਕਲ ਭਾਸ਼ਾ ਇਸਤੇਮਾਲ ਕਰੀਏ, ਜਿਹੜੇ ਵਿੱਚ ਲੋਕਾਂ ਤੱਕ ਬਹੁਤ ਜਲਦੀ ਪਹੁੰਚ ਵੀ ਹੁੰਦੀ ਹੈ, ਉਹਨਾਂ ਨੇ ਆਸਾਨੀ ਨਾਲ ਉਹ ਪੜ੍ਹ ਵੀ ਸਕਦੇ ਨੇ। ਸਰ ਅੱਜ ਅਸੀਂ ਗੱਲ ਕਰਾਂਗੇ ਲੁਧਿਆਣਾ ਰੇਂਜ ਦੇ ਵਿੱਚ ਜਿਹੜੀ ਪਿਛਲੇ 1 ਸਾਲ ਦੀ ਕਾਰਗੁਜ਼ਾਰੀ ਹੈ ਕਿਸ ਤਰ੍ਹਾਂ ਦੀ ਰਹੀ ਹੈ। ਕਈ ਤਰ੍ਹਾਂ ਦੇ ਮੁੱਦੇ ਨੇ, ਚਾਹੇ ਉਹ ਗੈਂਗਸਟਰ ਹੋਣ ਜਾਂ ਫਿਰ ਨਸ਼ਿਆਂ ਨੂੰ ਲੈ ਕੇ ਜਾਂ ਫਿਰ ਰੋਬਰੀ ਹੋਣ, ਵੱਖ-ਵੱਖ ਤਰ੍ਹਾਂ ਦੀ ਗੱਲਬਾਤ। ਸ਼ੁਰੂਆਤ ਅਸੀਂ ਕਰਦੇ ਹਾਂ ਕਿ ਗੈਂਗਸਟਰਾਂ ਦਾ ਜ਼ਿਕਰ ਬਹੁਤ ਜ਼ਿਆਦਾ ਹੋ ਰਿਹਾ ਹੈ। ਲੁਧਿਆਣਾ ਰੇਂਜ ਦੀ ਕੀ ਕਾਰਗੁਜ਼ਾਰੀ ਰਹੀ ਹੈ ਗੈਂਗਸਟਰਾਂ ਨੂੰ ਲੈ ਕੇ? ਦੇਖੋ, ਸਾਡੇ ਕੋਲ ਜੋ ਐਕਸਟੋਰਸ਼ਨ ਕਾਲਸ ਸੀ ਮੈਕਸਿਮਮ ਅਸੀਂ ਰਿਜ਼ੋਲਵ ਕੀਤੀ ਹੋਈ ਹੈ। ਰੀਸੈਂਟ ਵਿੱਚ ਜਿਹੜਾ ਹੈ ਤੁਸੀਂ ਦੇਖਿਆ ਹੋਣਾ ਨਕੋਦਰ ਦੇ ਵਿੱਚ ਇੱਕ ਜਿਹੜਾ ਹੈ ਜੋ ਸ਼ੂਟਿੰਗ ਹੋਈ ਸੀ, ਉਸ ਸ਼ੂਟਿੰਗ ਦੇ ਵਿੱਚ ਸੇਮ ਹੀ ਮੋਡਿਊਲ ਇੱਕ ਆਰਕੇ ਸਵੀਟਸ ਕਰਕੇ ਸ਼ਾਪ ਹੈ ਨਵਾਂ ਸ਼ਹਿਰ ਵਾਲੇ, ਉਹਨਾਂ ਨੂੰ ਵੀ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਧਮਕੀ ਦੇ ਰਿਹਾ ਸੀ। ਔਰ ਜਦੋਂ ਇਹ ਮਰਡਰ ਹੋਇਆ ਉੱਥੇ, ਉਹਦੇ ਬਾਅਦ ਹੀ ਸਾਡੇ ਵੱਲੋਂ ਜੋ ਕਲਿਊਜ਼ ਦਿੱਤੇ ਗਏ ਉਹਦੇ 'ਤੇ ਕਾਫੀ ਕੁਝ ਮਦਦ ਮਿਲੀ ਉਸ ਕੇਸ ਨੂੰ ਸੋਲਵ ਕਰਨ ਵਿੱਚ ਔਰ 100% ਜਿਹੜਾ ਹੈ ਉਹ ਕੇਸ ਜਿਹੜਾ ਹੈ ਉਸ ਨੂੰ ਸੋਲਵ ਕਰ ਲਿਆ ਗਿਆ, ਜਿਹੜੇ ਵਿੱਚ ਇੱਕ ਅਮਨ ਕਰਕੇ ਲੜਕਾ ਜੋ USA ਦਾ ਹੈ ਉਹ ਇਨਵੋਲਵ ਪਾਇਆ ਗਿਆ। ਉਹਦੇ ਨਾਲ ਜਿਹੜੇ ਕੁਝ ਬਠਿੰਡਾ ਦੇ ਅਮਰੀਕ ਔਰ ਸਾਥੀ ਉਹਦੇ ਜਿਹੜੇ ਇਹ ਸਾਰੇ ਕੇ ਸਾਰੇ ਇਨਵੋਲਵ ਪਾਏ ਗਏ ਸੀ। ਸੋ ਇੱਕ ਤਾਂ ਜਿਹੜੇ ਇਸ ਤਰੀਕੇ ਦੇ ਜਿੰਨੇ ਸਾਡੇ ਐਕਸਟੋਰਸ਼ਨ ਕੇਸਿਸ ਨੇ ਮੈਕਸਿਮਮ ਜਿਹੜੇ ਜੋ ਪ੍ਰੋਬਲਮ ਵਿੱਚ ਸਾਨੂੰ ਲੱਗਦੇ ਸੀ ਜਿਹੜੇ ਕਿ ਫੇਕ ਕਾਲਸ ਨਹੀਂ ਹੈ, ਉਹ ਤਕਰੀਬਨ ਅਰੈਸਟ ਕਰੇ ਗਏ। ਰੀਸੈਂਟ ਵਿੱਚ 3 ਦਿਨ ਪਹਿਲੇ ਹੀ ਇੱਕ ਡਾਕਟਰ ਨੂੰ ਵੀ ਖੰਨਾ ਵਿੱਚ ਦਿੱਤਾ ਗਿਆ ਸੀ, ਉਹਦੇ ਵਿੱਚ ਵੀ ਸਾਨੂੰ ਸਰਗਰਮੀ ਨਾਲ ਸਾਡੇ ਵੱਲੋਂ ਕਾਰਵਾਈ ਕੀਤੀ ਗਈ ਤੇ ਬੰਦਾ ਜਿਹੜਾ ਹੈ ਉਹ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ SBS ਨਗਰ ਪੁਲਿਸ ਹੈ, ਇਸ ਨੇ 8ਵੇਂ ਮਹੀਨੇ ਦੇ ਵਿੱਚ ਇੱਕ ਮੋਡਿਊਲ ਬਸਟ ਕੀਤਾ ਸੀ ਜਿਹੜਾ ਕਿ ਨੋਟੋਰੀਅਸ ਗੈਂਗਸਟਰ ਹੈ ਜੋ ਕਿ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਦੇ ਨਾਲ ਐਸੋਸੀਏਟਡ ਹੈ, ਅੰਮ੍ਰਿਤ ਬਲ ਜਿਹੜਾ ਬੁਲਤ ਕਪੂਰਥਲਾ ਦਾ ਰਹਿਣ ਵਾਲਾ ਹੈ। ਉਸ ਵੱਲੋਂ ਜਿਹੜਾ ਹੈ ਕੁਝ ਸ਼ੂਟਰਸ ਭੇਜੇ ਗਏ ਸੀ ਜਿਹੜੇ ਉਹਨਾਂ ਨੇ ਜਾ ਕਰਕੇ ਇੱਕ ਸੁੱਖਾ ਕਾਲਵਾ ਕੇਸ ਦੇ ਵਿਟਨੈਸ ਨੂੰ ਥ੍ਰੈਟਨ ਕਰਨਾ ਹੈ, ਉਹਨੂੰ ਐਲੀਮੀਨੇਟ ਕਰਨਾ ਸੀ, ਉਹ ਗੋਪੀ ਨਿੱਜਰ ਨਾਂ ਦੇ। ਅਤੇ ਉਹਦੇ 'ਤੇ ਜਿਹੜਾ ਹੈ ਸਾਡੇ ਵੱਲੋਂ ਕੰਟੀਨਿਊਸਲੀ ਜਿਹੜਾ ਕਾਰਵਾਈ ਕਰਦੇ ਹੋਏ ਸਾਰੇ ਕੇ ਸਾਰੇ ਬੰਦੇ ਅਰੈਸਟ ਕਰ ਲਏ ਗਏ। ਉਹਨਾਂ ਕੋਲੋਂ ਪਿਸਟਲ, ਮੈਗਜ਼ੀਨਸ ਔਰ ਜਿਹੜੀ ਉਹਨਾਂ ਦੇ ਸਾਰੀ ਜੋ ਮੋਟਰਸਾਈਕਲ, ਸਕੂਟੀ ਵਗੈਰਾ ਉਹ ਬਰਾਮਦ ਕਰ ਲਈ ਗਈ ਸੀ। ਉਸੀ ਕੜੀ ਦੇ ਵਿੱਚ ਜਿਹੜਾ ਹੈ ਅਗਲੇ 9ਵੇਂ ਮਹੀਨੇ ਦੇ ਵਿੱਚ ਵੀ ਸਾਡੇ ਵੱਲੋਂ ਇੱਕ ਅੰਮ੍ਰਿਤ ਬਲ ਸੇ ਰਿਲੇਟਡ ਮੋਡਿਊਲ ਜਿਹੜਾ ਹੈ ਉਹਨੂੰ ਵੀ ਬਸਟ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਹੁਣ ਜਿਹੜਾ ਇਹ ਨਵਾਂ ਮੋਡਿਊਲ ਹੈ ਉਹਨੂੰ ਬਸਟ ਕੀਤਾ SBS ਨਗਰ ਨੇ। ਇਸ ਤੋਂ ਇਲਾਵਾ ਖੰਨਾ ਪੁਲਿਸ ਵੱਲੋਂ ਕੁਝ ਮਹੀਨੇ ਪਹਿਲੇ ਇੱਕ ਦੀਪਕ ਬੱਤਰਾ ਗੈਂਗ ਨਾਲ ਰਿਲੇਟਡ ਮੋਡਿਊਲ ਸੀ, ਉਹਨੂੰ ਬਸਟ ਕੀਤਾ ਗਿਆ ਸੀ, ਜਿਹੜੇ ਵਿੱਚ ਉਹਨਾਂ ਨੇ 9 ਪਿਸਟਲ ਔਰ ਮੈਗਜ਼ੀਨਸ ਵਗੈਰਾ ਰਿਕਵਰ ਕੀਤੇ ਸੀ ਔਰ ਕਰੀਬ ਜਿਹੜੇ 12 ਕਰੀਬ ਉਹਨਾਂ ਦੇ ਐਸੋਸੀਏਟਸ ਗ੍ਰਿਫਤਾਰ ਕੀਤੇ ਸੀ। ਸੋ ਲਗਾਤਾਰ ਜਿਹੜਾ ਹੈ ਰੇਂਜ ਲੈਵਲ ਦੇ ਉੱਤੇ ਸਾਡੀ ਇਹ ਹੈ ਕਿ ਵੀ ਜਿਸ ਵੀ ਤਰੀਕੇ ਦਾ ਕੋਈ ਐਕਸਟੋਰਸ਼ਨ ਕਾਲਸ, ਗੈਂਗ ਐਕਟੀਵਿਟੀਜ਼ ਹੈ, ਉਹਨਾਂ ਨੂੰ ਪੂਰੀ ਤਰੀਕੇ ਸੇ ਠੱਲ ਪਾਈ ਜਾਏ ਔਰ ਉਹਨਾਂ ਨੂੰ ਜਿਹੜਾ ਇਹੋ ਜਿਹੇ ਕੋਈ ਬੰਦੇ ਹੈ ਉਹਨਾਂ ਨੂੰ ਜੋ ਹੈ 100% ਜੇਲ੍ਹਾਂ ਤੱਕ ਪਹੁੰਚਾਇਆ ਜਾਏ। ਇਹ ਸਾਡੇ ਵੱਲੋਂ ਬਹੁਤ ਜਿਹੜਾ ਪੱਕਾ ਇਰਾਦਾ ਕੀਤਾ ਹੋਇਆ ਹੈ ਕਿ ਇਸ ਚੀਜ਼ 'ਤੇ ਅਸੀਂ ਲਗਾਤਾਰ ਕੰਮ ਕਰਦੇ ਰਹਿਣਗੇ। ਸਾਡੇ ਨਾਲ ਦੀ ਨਾਲ ਨਸ਼ਿਆਂ ਦੀ ਗੱਲ ਕਰੀਏ ਤਾਂ ਨਸ਼ਿਆਂ ਨੂੰ ਲੈ ਕੇ ਤੁਸੀਂ ਇੱਕ ਅਵੇਅਰਨੈਸ ਡਰਾਈਵ ਵੀ ਸ਼ੁਰੂ ਕੀਤੀ ਸੀ। ਤਾਂ ਹੁਣ ਰੇਂਜ ਦੀ ਜੇਕਰ ਗੱਲ ਕਰੀਏ ਤਾਂ ਨਸ਼ਿਆਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਕਿੰਨੇ ਕੁ ਕੁਆਂਟਿਟੀ ਦੇ ਵਿੱਚ ਨਸ਼ੇ ਨੇ ਜਿਹੜੇ ਕਿ ਬਰਾਮਦ ਕੀਤੇ ਗਏ ਨੇ, ਜਾਂ ਫਿਰ ਕਿੰਨੇ ਕੁ ਜਿਹੜੇ ਕਿ ਲੋਕ ਨੇ ਜਿਹੜੇ ਸਪਲਾਈ ਕਰਦੇ ਸੀਗੇ, ਕਿੱਥੋਂ ਕਿੱਥੋਂ ਇਹਦੀ ਬਰਾਮਦਗੀ ਹੋਈ ਹੈ ਜੀ? ਜਿਹੜਾ ਰਿਕਵਰੀ ਹੈ NDPS ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੈਸੇ ਮੈਂ ਫਿਗਰ ਦੱਸਾਂਗਾ, ਬਹੁਤ ਹੀ ਪਹਿਲੇ ਨਾਲੋਂ ਕਾਰਗੁਜ਼ਾਰੀ ਇੰਪਰੂਵ ਕੀਤੀ ਹੈ ਜਿਹੜੀ ਕਿ ਰੇਂਜ ਦੀ ਕਾਰਗੁਜ਼ਾਰੀ ਹੈ। और टोटल जड़े 408 तो मुकाबले में करीब 1000 के करीब केस
पिछले साल रजिस्टर किए गए, जोड़ा कि वो बहुत वड्डा उछाल है। इसी तरीके से जोड़ा एक्यूज़ड भी अरेस्ट जोड़े हुए हैं, उन्होंने 587 की जगह करीब करीब 1400 के करीब एक्यूज़ड अरेस्ट किए गए। ये अफीम के भी 20 किलो पिछले साल के मुकाबले वध रिकवर की है रेंज ने। पॉपी हस्क जी है घट्टो घट्ट 8 क्विंटल जी 81 अपनी जी है 4225 किलो के मुकाबले 4225 किलो की रिकवरी हुई है 3400 किलो के मुकाबले 800 किलो वध है जी रिकवरी। इसी तरीके से हेरोइन की रिकवरी पिछले साल मतलब जोड़ा 2021 सी वो 10 किलो सी और वो मुकाबले में करीब 45 किलो जी हो गई है। ये एक वड्डा रैकेट जोड़ा है SBS नगर पुलिस वालों जोड़ा बस्ट किया गया सी, जिहदे विच गुजरात तो सप्लाई कर रहे सी और ये विदेश में बैठा एक सोनू खत्री नाम का जोड़ा है गैंगस्टर कम जोड़ा है स्मगलर, उन्हें इनू चलाया हुआ सी रैकेट नू। उसी केस दे विच करीब 38 किलो की रिकवरी जी है साढ़े वालों की गई। सो ये पहले वालों जी है बहुत ही चंगी कारगुजारी है और साढ़े वालों फोकस किया जा रहा है हॉटस्पॉट एरियाज़ नू, जिहड़े पिंड है जिथे प्रॉब्लम है उन्होंने भी फोकस विच रख करके कि इन्हां सारियां दे विच जिहड़े नशे की जी किसी किस्म की वरतों भी और अवेलेबिलिटी दोनों नू पूरी तरीके से ठल पाई जा सके। ਸਰ ਰੇਂਜ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਏਰੀਆ ਕਿਹੜੇ ਨੇ ਜਿੱਥੇ ਨਸ਼ਿਆਂ ਦੀ ਦੇਖਣ ਨੂੰ ਮਿਲ ਰਹੇ ਨੇ, ਜਿੱਥੇ ਵੱਡੀ ਗਿਣਤੀ ਦੇ ਵਿੱਚ ਨਸ਼ੇ ਦੀ ਖੇਪ ਜਿਹੜੀ ਕਿ ਜਾਂ ਫਿਰ ਸਪਲਾਈ ਕੀਤੀ ਜਾਂਦੀ ਹੈ ਜਾਂ ਫਿਰ ਬਰਾਮਦਗੀ ਕੀਤੀ ਜਾਂਦੀ ਹੈ? ਤਾਂ देखो कई पॉकेट्स हैं, हॉट स्पॉट्स हैं। खन्ना शहर है जैसे ये भी कुछ मोहल्ले हैं जिन्होंने असी आइडेंटिफाई किया हुआ है। SBS नगर के कुछ पिंड हैं, शहर के भी एक दो इलाके हैं जोड़े नवा शहर राहों साइड के भी हैं, एक लंगड़ोआ पिंड है वो काफ़ी ज़्यादा इस काम के लिए नोटोरीअस है। जोड़ा मुल्लापुर के सिद्धवां बेट जो लुधियाना रूरल का जोड़ा है वो सिद्धवां बेट का इलाका है, जो बेट इलाका है वो भी प्रॉब्लम पहले काफ़ी ज़्यादा रही है। कुछ इलाके हैं जो शहरी इलाके हैं, नवा जगराओं दे हों चाहे मुल्लापुर दाखा दे हों, जोधा साइड भी जोड़ा है लगातार रिकवरी साढ़े वालों हुई है। सो काफ़ी वड्डी रिकवरीज कमर्शियल रिकवरीज जी हैं, पॉपी हस की होवे चाहे जी है अपनी जी अफीम की होवे, ये लगातार असी उस एरिया तो कर रहे हैं। हेरोइन के भी जोड़ा है साढ़े वालों उपराले किए जा रहे हैं कि फोकस होकर के और एक्शन जोड़ा इंप्रूव करिए। ये नाल साडा एम ये भी है कि कम्यूनिटी पुलिसिंग एक्टिविटीज़ जी हैं उन्होंने भी थोड़ा सा इंप्रूवमेंट किया जाए, सुधार किया जाए ताकि जोड़ा लोगों तक पहुँच की जाए, ताकि सरलता नाल लोकी जोड़े साढ़े कोल पहुँच कर सकन और इतला दे सकन। जिथे कई प्रॉब्लम है असी इमीजिएटली उन्होंने टैकल करने के लिए अपने वालों पूरा जोर लगा रहे हैं और कोशिश यही है कि जी ड्रग्स की अवेलेबिलिटी है उन्होंने घटाया जा सके तां जो लोकी जोड़े वध तो वध ट्रीटमेंट वाल जान। और जोड़े कोई यूज़र्स हैं उन्होंने भी असी दबिश दे रहे हैं कि वो ट्रीटमेंट लेना शुरू करन छड्डन ना, ताकि जी ये प्रॉब्लम है उन्होंने कंट्रोल में रखे। ਨਾਲ ਦੀ ਨਾਲ ਜੇਕਰ ਗੱਲ ਕਰੀਏ ਜਿਵੇਂ ਲੁੱਟਖੋ ਦੀਆਂ ਵਾਰਦਾਤਾਂ ਵੀ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀਆਂ ਤਾਂ ਕ੍ਰਾਈਮ ਸੀਨ ਵੀ ਕਈ ਜ਼ਿਆਦਾ ਦੇਖਣ ਨੂੰ ਮਿਲਦੇ ਨੇ, ਇਹਦੇ ਵਿੱਚ ਰੇਂਜ ਦਾ ਕਿਸ ਤਰ੍ਹਾਂ ਦੇ ਵਿੱਚ ਆਪਣਾ ਦੇਖਣ ਨੂੰ ਮਿਲੀ ਹੈ ਕਾਰਗੁਜ਼ਾਰੀ? देखो रेंज के जो पहले एक जो है अपनी आप कह सकते हो स्नैचिंग की वारदात हो चाहे चोरी की वारदात हो, करीब साढ़े वालों रिकवरी 60-70% के आसपास केसेस सॉल्व किए गए, जिहड़े कि काफ़ी चंगी कारगुजारी कही जा सकती है। और पहले नालों जोड़ा है असी रजिस्ट्रेशन वध कर रहे हैं, इस तो जोड़े वध तो वध जो एक्यूज़ड हैं उन्होंने फड़िया जा रहा है तो जेल भेजा जा रहा है। इंडिविजुअल कारगुजारी के जोड़ा है ये देखा जाए कि जो है अपने डकैती होवे चाहे जी है मेजर थैफ्ट्स होवे, उन्होंने भी अच्छी जी है कारगुजारी पिछले समय के नाल की गई है और 60-70% की रिकवरी जी है करीब इन्होंने केसेस के साढ़े वालों की जा रही है, जो कि चंगा है। और अपनी प्रोसीक्यूशन नू भी असी जोड़ा है चंगी तरीके से करेंगे ताकि इन्हों सज़ा दिलाई जाए। ਨਾਲ ਦੀ ਨਾਲ ਸਰ ਜੇਕਰ ਗੱਲ ਕਰੀਏ ਜਿਵੇਂ ਸ਼ਰਾਬ ਦੇ ਪਦਾਰਥ ਜਾਂ ਫਿਰ ਸ਼ਰਾਬ ਹੋਵੇ ਜਾਂ ਫਿਰ ਚਾਹੇ ਦੇਸੀ ਹੈ ਜਾਂ ਫਿਰ ਅੰਗਰੇਜ਼ੀ ਹੈ, ਤੇ ਇੱਕ ਲਾਮ ਕਾਫੀ ਜ਼ਿਆਦਾ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਤਾਂ ਉਸ ਨੂੰ ਲੈ ਕੇ ਕੀ ਐਕਟੀਵਿਟੀ ਰਹੀ ਹੈ ਪੁਲਿਸ ਦੀ? देखो एक्साइज दे विच जो है गवर्नमेंट पॉलिसी के आने के बाद एक वड्डा तब्दीली जी है साड़ी रिकवरीज विच दिस रही है। और ये जो इलिसिट लिकर सी ओदी रिकवरी जी है बहुत ही ड्रेस्टिकली 16,000 लीटर के मुकाबले करीब 2,600 लीटर ही रह गई है। इसी तरीके से लाहन की रिकवरी करीब 6,43,000 लीटर की सी जी कि 3,95,000। सो ओबवियसली गवर्नमेंट पॉलिसी जी रही है ਉਹਦੇ ਤੇ लगता है कि भी जो इलिसिट लिकर है, इलिसिट जो थी लाहन वगैरह की एक्टिविटीज़ हैं बहुत ज़्यादा प्रॉफिटेबल नहीं बची हैं, जिस करके कि बहुत ज़्यादा जो है इस चीज़ दे विच ना तो सप्लाई हो रही है और साड़ी रिकवरीज भी वही ट्रेंड शो कर रही हैं कि सिग्निफिकेंटली जो इलिसिट लिकर की जी है रिकवरी घटी है। हालांकि ये मुकाबले लिसिट लिकर की रिकवरी जी है वो जोड़ा है साढ़े वालों 21,000 लीटर के मुकाबले 56,000 लीटर जी टोटल
ਰਿਕਵਰੀ ਕੀਤੀ ਗਈ ਹੈ। ਵਰਕਿੰਗ ਸਟਿਲਸ ਜਿਹੜੀਆਂ ਉਹ ਵੀ 15 ਦੇ ਮੁਕਾਬਲੇ 11 ਫੜੀ ਗਈਆਂ, ਜਿਹੜੀ ਇਹ ਪੁਆਇੰਟ ਕਰਦੀ ਹੈ ਕਿ ਪਹਿਲੇ ਨਾਲੋਂ ਜੋ ਇਲਿਸਿਟ ਲਿਕਰ ਕੱਢਣ ਦਾ ਟ੍ਰੈਂਡ ਹੈ ਉਹ ਡੈਫੀਨੇਟਲੀ ਬਹੁਤ ਜ਼ਿਆਦਾ ਘੱਟ ਹੈ। ਔਰ ਇਹੀ ਟ੍ਰੈਂਡ ਜਿਹੜਾ ਸਾਡੇ ਟੋਟਲ ਕੇਸਿਸ ਰਜਿਸਟਰ ਹੋਣ ਦੇ ਵਿੱਚ ਵੀ ਦਿਸ ਰਿਹਾ ਹੈ ਕਿ ਵੀ ਪਹਿਲੇ ਮੁਕਾਬਲੇ ਮੈਂ ਕਰੀਬ ਜਿਹੜਾ ਹੈ ਨਾ 3/4 ਤੋਂ ਵੀ ਜਿਹੜਾ ਹੈ ਘੱਟ ਕੇਸਿਸ ਐਕਸਾਈਜ਼ ਦੇ ਵਿੱਚ ਰਜਿਸਟਰ ਹੋਏ ਹੈ। ਇਸ ਸਭ ਤੋਂ ਇਹ ਲੱਗ ਰਿਹਾ ਹੈ ਕਿ ਵੀ ਓਵਰਆਲ ਜਿਹੜਾ ਜੋ ਗੈਰ ਕਾਨੂੰਨੀ ਤੌਰ ਤੇ ਸ਼ਰਾਬ ਕੱਢਣ ਦੀ ਐਕਟੀਵਿਟੀਜ਼ ਹੈ ਉਹਨਾਂ ਵਿੱਚੋਂ ਕਾਫੀ ਹੱਦ ਤੱਕ ਕਮੀ ਆਈ ਹੈ। ਸਰ ਜੇਕਰ ਗੱਲ ਕਰੀਏ ਤਾਂ ਰੇਂਜ ਦੇ ਇਲਾਕੇ ਦੇ ਵਿੱਚ ਜਿਵੇਂ ਆਪਾਂ ਲੈ ਕੇ ਦੀ ਗਸ਼ਤ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਉਸ ਨੂੰ ਲੈ ਕੇ ਕੀ ਤੁਸੀਂ ਨਵੀਂ ਕੋਈ ਐਕਟੀਵਿਟੀ ਕਰ ਰਹੇ, ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਚਾਹੇ ਪਿੰਡਾਂ ਦੇ ਏਰੀਏ ਹੋਣ ਜਾਂ ਫਿਰ ਰੇਂਜ ਵੱਡੇ ਜਿਹੜੇ ਏਰੀਆ ਆਉਂਦੇ ਨੇ ਤਾਂ ਉਹਨਾਂ ਵਿੱਚ ਪੁਲਿਸ ਜਿਹੜੀ ਗਸ਼ਤ ਉਹ ਕਾਫੀ ਜ਼ਿਆਦਾ ਘੱਟ ਦੇਖਣ ਨੂੰ ਮਿਲਦੀ ਹੈ। ਦੇਖੋ ਰੂਰਲ ਇਲਾਕੇ ਹੈ, ਸਾਡੇ ਕੋਲ ਫੋਰਸ ਦੀ ਹਮੇਸ਼ਾ ਜਿਹੜੀ ਹੈ ਕਮੀ ਰਹਿੰਦੀ ਹੈ, ਸ਼ਹਿਰਾਂ ਦੇ ਵਿੱਚ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਪਰ ਬੀਟ ਪੁਲਿਸਿੰਗ ਨੂੰ ਮਜ਼ਬੂਤ ਕਰਨਾ, ਉਹਦੇ ਨਾਲ ਉਹਨਾਂ 'ਤੇ ਜ਼ੈਲ ਦੀ ਪ੍ਰੋਪਰ ਸੁਪਰਵਿਜ਼ਨ ਰੱਖਣਾ, ਇਹ ਚੀਜ਼ ਜਿਹੜੀ ਹੈ ਮੇਰੇ ਮੇਨ ਇੱਕ ਤਰੀਕੇ ਸੇ ਪ੍ਰਾਇਰਟੀ ਏਰੀਆ ਵਿੱਚ ਹੈ। ਇਹਦੇ ਇਲਾਵਾ ਜਿਹੜਾ ਹੈ ਸਾਡੇ ਵੱਲੋਂ ਰੇਂਜ ਲੈਵਲ ਤੇ ਵਿੱਚ ਇੱਕ ਕੰਪੀਟੀਸ਼ਨ ਜਿਹੜਾ ਹੈ ਉਹ ਸ਼ੁਰੂ ਕੀਤਾ ਜਾ ਰਿਹਾ ਹੈ ਕਮਿਊਨਿਟੀ ਪੁਲਿਸਿੰਗ ਔਰ ਪੁਲਿਸ ਦੇ ਆਪਣੀ ਸਰਵਿਸਿਜ਼ ਡਿਲੀਵਰੀ ਦੇ ਵਿੱਚ ਸੁਧਾਰ ਦਾ। ਉਹਦੇ ਵਿੱਚ ਮੇਨ ਜਿਹੜਾ ਹੈ 3-4 ਫੋਕਸ ਏਰੀਆ। ਇੱਕ ਤਾਂ ਜਿਹੜਾ ਹੈ ਕੋਈ ਪਬਲਿਕ ਪੁਲਿਸ ਇੰਟਰਫੇਸ ਕਹਿ ਸਕਦੇ ਹੋ, ਜਿੱਦਾਂ ਕੋਈ ਪਬਲਿਕ ਵਾਲਾ ਪੁਲਿਸ ਨੂੰ ਅਪਰੋਚ ਕਰਨਾ ਚਾਹੁੰਦਾ, ਥਾਣੇ ਹੋਵੇ ਚਾਹੇ ਚੌਕੀ ਜਾਣਾ ਹੋਵੇ, ਉਹਦੇ ਵਿੱਚ ਉਹਨੂੰ ਕਿਸ ਤਰੀਕੇ ਦੇ ਨਾਲ ਜਾ ਕਰਕੇ ਔਰ ਉਹਨੂੰ ਬਿਹੇਵੀਅਰ ਮਿਲਦਾ ਹੈ ਪੁਲਿਸ ਦਾ, ਕੀ ਉਹਦਾ ਸਵਾਗਤ ਹੁੰਦਾ ਹੈ, ਕਿ ਉਹਨੂੰ ਹੈਲਪ ਕੀਤੀ ਜਾਂਦੀ ਹੈ, ਕਿ ਉਹਨੂੰ ਲੱਗਦਾ ਹੈ ਕਿ ਵੀ ਉੱਥੇ ਜਾ ਕਰਕੇ ਉਹਨੂੰ ਜਿਹੜਾ ਹੈ ਕੌਨਫੀਡੈਂਸ ਲੱਗਦਾ ਹੈ ਕਿ ਪੁਲਿਸ ਉਹਦੀ ਸੁਣੇਗੀ। ਇਸ ਚੀਜ਼ ਨੂੰ ਬਿਹਤਰ ਬਣਾਉਣ ਲਈ ਅਸੀਂ ਇੱਕ ਕੰਪੀਟੀਸ਼ਨ ਜਾਰੀ ਕੀਤਾ ਹੈ ਕਿ ਪੁਲਿਸ ਸਟੇਸ਼ਨ ਦੇ ਵਿੱਚ ਪਬਲਿਕ ਲਈ ਸਹੂਲਤਾਂ ਦਿੱਖ ਤੇ ਪ੍ਰੋਪਰ ਅਟੈਂਡ ਕਰਨਾ, ਇਹਨੂੰ ਜਿਹੜਾ ਹੈ ਕੌਣ ਬੈਟਰ ਕਰ ਸਕੇਗਾ ਉਹਦੀ ਫੀਡਬੈਕ ਲਈ ਜਾਏਗੀ, ਉਹਦੀ ਜਿਹੜੀ ਹੈ ਓਵਰਆਲ ਫਿਜ਼ੀਕਲ ਇਨਫਰਾਸਟ੍ਰਕਚਰ ਇੰਪਰੂਵ ਕਰਨ ਲਈ। ਦੂਸਰੀ ਚੀਜ਼ ਇਹ ਹੈ ਕਿ ਜੋ ਸਰਵਿਸਿਜ਼ ਹੈ ਉਹਨਾਂ ਦੀ ਡਿਲੀਵਰੀ ਨੂੰ ਬੈਟਰ ਕਰਨ ਦੇ ਲਈ, ਜੈਸੇ ਕੰਪਲੇਂਟ ਦੇ ਕਰਕੇ ਗਿਆ ਹੈ ਕੋਈ, ਕਿਸੇ ਨੂੰ ਆਪਣੀ ਕੋਈ ਚੀਜ਼ ਗੁੰਮ ਹੋ ਗਈ ਹੈ, ਕੋਈ ਚੀਜ਼ ਜਿਹੜੀ ਚੋਰੀ ਹੋ ਗਈ ਹੈ, ਉਹਦੀ ਕੰਪਲੇਂਟ ਜਿਹੜੀ ਲਿਖਾਉਣੀ ਹੋਵੇ ਤੇ ਕੀ ਉਹਨੂੰ ਸੌਖਾ ਹੈ ਔਰ ਉਹ ਜਾ ਕਰਕੇ ਉੱਥੇ ਕੌਨਫੀਡੈਂਸ ਨਾਲ ਆਪਣੀ ਚੀਜ਼ ਕਰ ਸਕਦਾ ਹੈ। ਇਹਦੇ ਇਲਾਵਾ ਜਿਹੜੀ ਹੋਰ ਸਰਵਿਸਿਜ਼ ਹੈ, ਪਾਸਪੋਰਟ ਵੈਰੀਫਿਕੇਸ਼ਨ ਸਰਵਿਸ ਹੋਵੇ, PCC ਹੋਵੇ, ਇਹ ਸਾਰੀ ਚੀਜ਼ਾਂ ਜਿਹੜੀਆਂ ਬੜੀ ਅਹਿਮ ਹੁੰਦੀਆਂ ਲੋਕਾਂ ਦੇ ਲਈ, ਉਹਨਾਂ ਨੂੰ ਪਰੇਸ਼ਾਨ ਨਾ ਹੋਣਾ ਪਏ, ਇਸ ਚੀਜ਼ ਨੂੰ ਵੀ ਐਫੀਸ਼ੀਐਂਟਲੀ ਜਿਹੜਾ ਸਰਵਿਸ ਡਿਲੀਵਰੀ ਜਿਹੜੀ ਹੈ ਉਹ ਕਰ ਸਕਣ। ਪਬਲਿਕ ਦੇ ਵਿੱਚ ਜਾ ਕਰਕੇ ਪੁਲਿਸ ਜਿਹੜਾ ਹੈ ਆਪਣੀ ਪਹੁੰਚ ਕਰੇ, ਉਹਨਾਂ ਦੇ ਪ੍ਰੋਐਕਟਿਵਲੀ ਜਾ ਕਰਕੇ ਮੁਹੱਲਿਆਂ ਦੇ ਵਿੱਚ, ਉਹਨਾਂ ਦੇ ਕਸਬਿਆਂ ਦੇ ਵਿੱਚ ਜਾ ਕਰਕੇ ਜਿਹੜਾ ਉਹਨਾਂ ਦੀ ਫੀਡਬੈਕ ਲਏ, ਉਹਨਾਂ ਦੀ ਪ੍ਰੋਬਲਮ ਸੁਣੇ। ਇਸ ਚੀਜ਼ ਨੂੰ ਵੀ ਅਸੀਂ ਜਿਹੜਾ ਹੈ ਇੰਪਰੂਵ ਕਰਨ ਦੇ ਲਈ ਇੱਕ ਪ੍ਰੋਗਰਾਮ ਇਸੀ ਕੜੀ ਦੇ ਵਿੱਚ ਲਾਂਚ ਕਰਨਗੇ ਇਸ ਕੰਪੀਟੀਸ਼ਨ ਵਿੱਚ ਕਿ ਕੀ ਜਿਹੜਾ ਹੈ ਕਿਸ ਨੇ ਜਿਹੜਾ ਹੈ ਬਿਹਤਰ ਕਾਰਗੁਜ਼ਾਰੀ ਕਰੀ ਹੈ ਇਹਦੇ ਵਿੱਚ ਔਰ ਕੀ ਲੋਕਾਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਦੀ ਪਹਿਲੇ ਨਾਲੋਂ ਸੁਧਾਰ ਹੋਇਆ ਹੈ। ਬਿਲਕੁਲ ਸਰ, ਜਿਵੇਂ ਤੁਸੀਂ ਗੱਲ ਕੀਤੀ ਜਿਹੜੇ ਛੋਟੇ ਛੋਟੇ ਕੰਮ ਹੁੰਦੇ ਨੇ ਉਹ ਕਰਵਾਉਣ ਦੇ ਲਈ ਲੋਕਾਂ ਨੂੰ ਕਾਫੀ ਜ਼ਿਆਦਾ ਵੱਡੀਆਂ ਸਮੱਸਿਆਵਾਂ ਪੇਸ਼ ਆ ਜਾਂਦੀਆਂ। ਜਿਵੇਂ ਤੁਸੀਂ ਗੱਲ ਕੀਤੀ ਪਾਸਪੋਰਟ ਵੈਰੀਫਿਕੇਸ਼ਨ ਦੀ ਗੱਲ ਹੋਵੇ ਜਾਂ ਫਿਰ ਹੋਰ ਜਿਹੜੇ ਛੋਟੇ ਮੋਟੇ ਕੰਮ ਹੁੰਦੇ ਨੇ, ਦਿੱਕਤ ਬਹੁਤ ਆਉਂਦੀ ਹੈ। ਅਤੇ ਨਾਲ ਦੀ ਨਾਲ ਕਾਫੀ ਲੰਬੇ ਸਮੇਂ ਤੋਂ ਪੁਲਿਸ ਦੇ ਵੱਲੋਂ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੇ ਲਈ ਪੁਲਿਸ ਪਬਲਿਕ ਮੀਟਿੰਗਾਂ ਵੀ ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਸੀ, ਪਰ ਉਸ ਦੇ ਰਿਜ਼ਲਟ ਕੋਈ ਜ਼ਿਆਦਾ ਵਧੀਆ ਦੇਖਣ ਨੂੰ ਨਹੀਂ ਮਿਲੇ ਜੀ। ਦੇਖੋ ਇਹ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਆਫਕੋਰਸ ਪੁਲਿਸ ਜਿਹੜਾ ਹੈ ਕਿਉਂਕਿ ਲਾਅ ਐਨਫੋਰਸਮੈਂਟ ਏਜੰਸੀ ਹੈ, ਥੋੜ੍ਹੀ ਸੀ ਹਿਚਕਤਾ ਲੋਕਾਂ ਦੇ ਵਿੱਚ ਰਹਿੰਦੀ ਹੈ। ਪਰ ਜੇਕਰ ਜਾ ਕਰਕੇ ਲੋਕਾਂ ਦੇ ਵਿੱਚ ਬੈਠਾ ਜਾਏ, ਸਕੂਲਸ ਦੇ ਬੱਚਿਆਂ ਨੂੰ ਲੈ ਕਰਕੇ ਆਇਆ ਜਾਏ, ਉਹਨਾਂ ਨੂੰ ਕੌਨਫੀਡੈਂਸ ਦਿੱਤਾ ਜਾਏ ਕਿ ਪੁਲਿਸ ਸਟੇਸ਼ਨਸ ਵਗੈਰਾ ਦੇ ਵਿੱਚ ਉਹ ਆ ਕਰਕੇ ਆਪਣੀ ਗੱਲਬਾਤ ਖੁੱਲ੍ਹੇ ਦਿਲ ਨਾਲ ਕਹਿ ਸਕਦੇ हैं, ਬਿਨਾਂ ਡਰੇ ਹੋਏ ਉੱਥੇ ਜਾ ਸਕਦੇ हैं, ਪ੍ਰੋਬਲਮ ਨਹੀਂ ਹੋਊਗੀ ਉਹਨਾਂ ਨੂੰ। ਅਤੇ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਦੇ ਵਿੱਚ ਡੈਫੀਨੇਟਲੀ ਸੁਧਾਰ ਹੋਊਗਾ ਔਰ ਇਸ ਚੀਜ਼ ਦੇ ਵਿੱਚ ਯਤਨ ਪਹਿਲੇ ਵੀ ਹੁੰਦੇ ਰਹੇ, ਅਸੀਂ ਹੋਰ ਫਿਰ ਅੱਛੇ ਤਰੀਕੇ ਸੇ ਇਹਨੂੰ ਕਰਨਗੇ ਤਾਂ ਕਿ ਇਹ ਜਿਹੜਾ ਇੱਕ ਤਰੀਕੇ ਸੇ ਸੰਦੇਸ਼ ਹੈ ਉਹ ਲੋਕਾਂ ਤੱਕ ਪਹੁੰਚੇ ਕਿ ਵੀ ਪੁਲਿਸ ਜਿਹੜੀ ਉਹਨਾਂ ਦੀ ਹੈਲਪ ਲਈ ਹੈ ਔਰ 100% ਜਿਹੜਾ ਪਹਿਲੇ ਨਾਲੋਂ ਬੈਟਰ ਉਹਨਾਂ ਨੂੰ ਸਰਵਿਸਿਜ਼ ਦੇ ਰਹੀ ਹੈ। ਬਿਲਕੁਲ। ਇੱਕ ਸਰ ਮੇਰਾ ਆਖਰੀ ਸਵਾਲ ਹੈ, ਜਿਵੇਂ ਪਿੰਡਾਂ ਦੇ ਵਿੱਚ ਨਸ਼ਾ ਕਾਫੀ ਜ਼ਿਆਦਾ ਦੇਖਣ ਨੂੰ ਮਿਲਦਾ ਹੈ, ਜਵਾਨ ਪੁੱਤ ਨੇ ਮਾਵਾਂ ਦੇ ਉਹ ਮਰ ਰਹੇ ਨੇ ਰੋਜ਼, ਕਈ ਸਾਰੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ, ਜਵਾਨ ਮੁੰਡਿਆਂ ਦੀਆਂ ਮੌਤਾਂ ਹੋ ਰਹੀਆਂ ਨੇ, ਤਾਂ ਲੋਕਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਹੈ। ਕਈ ਵਾਰ ਲੋਕਾਂ ਦੇ ਵੱਲੋਂ ਕੰਪਲੇਂਟ ਵੀ ਕੀਤੀ ਜਾਂਦੀ ਹੈ ਅਤੇ ਲੋਕਾਂ ਦੇ ਵਿੱਚ ਡਰ ਦਾ ਵੀ ਮਾਹੌਲ ਹੈ। ਜੇਕਰ ਉਹ ਪੁਲਿਸ ਕੋਲ ਆਉਂਦੇ ਨੇ ਤਾਂ ਜਿਨ੍ਹਾਂ ਦੇ ਵੱਲੋਂ ਨਸ਼ਾ ਵੇਚਿਆ ਜਾਂਦਾ ਉਹਨਾਂ ਤੱਕ ਪਹਿਲਾਂ ਹੀ ਖਬਰ ਪਹੁੰਚ ਜਾਂਦੀ ਹੈ। ਉਹਨਾਂ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ? ਦੇਖੋ ਸਾਡੇ ਵੱਲੋਂ ਹੈਲਪਲਾਈਨਸ ਸ਼ੁਰੂ ਕੀਤੀਆਂ ਗਈਆਂ ਹੈ, ਭਲੇ ਹੀ 112 ਹੋਵੇ, 181 ਹੋਵੇ, ਇਸ ਤਰੀਕੇ ਦੀ ਹੈਲਪਲਾਈਨਸ ਜਿਹੜੀਆਂ ਆਲਰੇਡੀ ਫੰਕਸ਼ਨਲ ਨੇ ਔਰ ਇਹਦੇ ਵਿੱਚ ਇੱਕ ਤਾਂ ਪਹੁੰਚ ਕਰ ਸਕਦੇ, ਜੇ ਨਹੀਂ ਵੀ ਹੈ ਤਾਂ ਡੈਫੀਨੇਟਲੀ ਮੈਨੂੰ ਰੇਂਜ ਆਫਿਸ ਦੇ ਵਿੱਚ ਉਹ ਆਪਣਾ ਕੰਟੈਕਟ ਕਰ ਸਕਦੇ ਹੈ, ਇੱਥੇ ਵੀ ਸਾਨੂੰ ਇਤਲਾਹ ਦੇ ਸਕਦੇ ਹੈ। ਸਾਡੇ ਵੱਲੋਂ ਜਿਹੜਾ ਹੈ ਇਸ ਚੀਜ਼ 'ਤੇ ਪੂਰੀ ਤਵੱਜੋ ਦਿੱਤੀ ਜਾ ਰਹੀ ਹੈ ਔਰ ਜਦੋਂ ਤੱਕ ਦੇਖੋ ਗੱਲ ਇਹ ਹੈ ਕਿ ਨਸ਼ੇ ਦੀ ਜਿਹੜੀ ਓਵਰਡੋਜ਼ ਹੈ ਉਹ 2-3 ਕੰਡੀਸ਼ਨਸ ਵਿੱਚ ਘਾਤਕ ਹੁੰਦੀ ਹੈ। ਇੱਕ ਤਾਂ ਇਹ ਹੁੰਦਾ ਹੈ ਕਿ ਜਦੋਂ ਬੰਦਾ ਕੋਈ ਕਾਫੀ ਸਮੇਂ ਦੇ ਵਿੱਚ ਨਸ਼ਾ ਲੈਣਾ ਬੰਦ ਕਰ ਚੁੱਕਿਆ ਹੋਵੇ, ਜਾਂ ਤਾਂ ਟ੍ਰੀਟਮੈਂਟ ਅਧੀਨ ਹੋ ਜਾਵੇ
ਜਾਂ ਉਹ ਜੇਲ੍ਹ ਵਿੱਚ ਕੁਝ ਸਮਾਂ ਰਹਿ ਕਰਕੇ ਆਇਆ ਹੋਵੇ ਜਾਂ ਰਿਹੈਬਿਲਿਟੇਸ਼ਨ ਸੈਂਟਰ ਵਿੱਚ, ਕਿਉਂਕਿ ਜਦੋਂ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਆ ਕਰਕੇ ਔਰ ਉਹ ਆਪਣੀ ਪੁਰਾਣੀ ਡੋਜ਼ ਜਾਂ ਪੁਰਾਣੇ ਸਾਥੀਆਂ ਦੇ ਵਿੱਚ ਜਾ ਕਰਕੇ ਕਿਸੇ ਜਗ੍ਹਾ ਦੇ ਵਿੱਚ ਉਹ ਟਰਾਈ ਕਰ ਲੈਂਦਾ ਹੈ, ਤੇ ਉਹ ਡੋਜ਼ ਜਿਹੜੀ ਪਹਿਲੇ ਜੋ ਈਜ਼ੀਲੀ ਉਹਨੂੰ ਜਿਹੜਾ ਟੋਲਰੈਂਸ ਬਣ ਗਈ ਹੁੰਦੀ ਹੈ ਵੀ ਉਸ ਚੀਜ਼ ਦੇ ਵਿੱਚ ਉਹਨੂੰ ਕੋਈ ਜ਼ਿਆਦਾ ਅਸਰ ਨਹੀਂ ਹੋ ਰਿਹਾ ਹੁੰਦਾ, ਉਹ ਜਿਹੜੀ ਹੈ ਬਹੁਤ ਜ਼ਿਆਦਾ ਘਾਤਕ ਹੋ ਜਾਂਦੀ ਹੈ ਔਰ ਇਮੀਡੀਏਟਲੀ ਓਵਰਡੋਜ਼ ਕਰਕੇ ਔਰ ਰੈਸਪੀਰੇਸ਼ਨ ਜੋ ਹੈ ਉਹਦਾ ਰੁਕ ਜਾਂਦਾ ਹੈ, ਬ੍ਰੇਨ ਜਿਹੜਾ ਹੈ ਉਹਦਾ ਕੰਮ ਕਰਨਾ ਬੰਦ ਕਰ ਦਿੰਦਾ ਹੈ ਛੋਟੀ ਘੱਟ ਡੋਜ਼ ਦੇ ਨਾਲ ਹੀ। ਸੋ ਇਹ ਚੀਜ਼ ਹੈ। ਸੈਕੰਡ ਜਿਹੜਾ ਹੁੰਦਾ ਹੈ ਕਿ ਵੀ ਅਗਰ ਡਰੱਗ ਕੋਈ ਜ਼ਿਆਦਾ ਮਾਤਰਾ ਵਿੱਚ ਲੈ ਲਈ ਜਾਏ ਜਾਂ ਉਹਦੀ ਪਿਓਰਿਟੀ ਚੇਂਜ ਹੋ ਜਾਏ, ਜੇ ਤੁਸੀਂ ਆਦੀ ਹੋ ਕਿ ਵੀ 5-7% ਪਿਓਰਿਟੀ ਦੀ ਕੋਈ ਹੈਰੋਇਨ ਲੈਂਦੇ ਰਹੇ ਔਰ ਸਡਨਲੀ ਜਿਹੜੀ ਹੈ ਹੁਣ ਤੁਹਾਨੂੰ 20% 25% ਦੀ ਤੁਹਾਨੂੰ ਪਤਾ ਨਹੀਂ ਹੈ ਕਿਉਂਕਿ ਸਾਰੀ ਕੀ ਸਾਰੀ ਇੱਕੋ ਜਿਹੀ ਦਿਸਦੀ ਹੈ, ਉਹ ਤੁਸੀਂ ਲੈ ਲਓ। ਐਕਚੁਅਲੀ ਵਿੱਚ ਉਹ ਜੇ ਤੁਸੀਂ ਸੋਚਦੇ ਹੋ ਕਿ ਵੀ ਪਹਿਲੇ ਜਿਹੜਾ ਇੰਨੀ ਮਾਤਰਾ ਲੈਂਦੇ ਸੀ ਇਹਦੇ 'ਤੇ ਕੁਝ ਨਹੀਂ ਹੋਇਆ, ਉਨੀ ਮਾਤਰਾ ਜਿਹੜੀ ਉਹ 3 ਗੁਣਾ ਅਸਰ ਕਰਦੀ ਹੈ, ਉਹ ਸੈਕੰਡ ਚੀਜ਼ ਹੁੰਦੀ ਹੈ ਜਿਹੜੀ ਇਹ ਡੈਥਸ ਦਾ ਕਾਰਨ ਬਣਦੀ ਹੈ। ਸੋ ਓਵਰਆਲ ਕੋਸ਼ਿਸ਼ ਸਾਡੀ ਇਹੀ ਰਹੇਗੀ ਕਿ ਹਰ ਜਗ੍ਹਾ ਦੇ ਵਿੱਚ ਜਿੱਥੇ ਵੀ ਕਈ ਇਤਲਾਹ ਮਿਲਦੀ ਹੈ ਉੱਥੇ ਡੈਫੀਨੇਟਲੀ ਜਿਹੜੀ ਅਵੇਲੇਬਿਲਿਟੀ ਘਟਾਈ ਜਾਵੇ ਤੇ ਟ੍ਰੀਟਮੈਂਟ ਵੱਲ ਲੋਕਾਂ ਨੂੰ ਲਾਇਆ ਜਾਏ। ਸੈਕੰਡ ਚੀਜ਼ ਇਹ ਹੈ ਕਿ ਜਿਹੜੇ ਬੰਦੇ ਕੋਈ ਜੇਲ੍ਹ ਤੋਂ ਛੁੱਟ ਕਰਕੇ ਆਏ ਹੁੰਦੇ ਹੈ ਜਾਂ ਜਿਹੜਾ ਰਿਹੈਬਿਲਿਟੇਸ਼ਨ ਸੈਂਟਰ ਜਾਂ ਟ੍ਰੀਟਮੈਂਟ ਅਧੀਨ ਹੁੰਦੇ ਹੈ, ਜੇ ਉਹ ਵਾਪਸ ਹਾਈ ਡੋਜ਼ में ਹੈਰੋਇਨ ਲੈ ਲੈਂਦੇ ਹੈ ਤਾਂ ਡੈਫੀਨੇਟਲੀ ਜਿਹੜੀ ਉਹਨਾਂ ਦੀ ਘਾਤਕ ਹੋ ਸਕਦੀ ਹੈ ਔਰ ਇਹੀ ਕਾਰਨ ਹੁੰਦੇ ਹੈ ਕਿ ਕਈ ਵਾਰ ਜਿਹੜਾ ਹੈ ਸਾਨੂੰ ਜਿਹੜੇ ਓਵਰਡੋਜ਼ ਰਿਲੇਟਡ ਡੈਥਸ ਦੇਖਣ ਨੂੰ ਮਿਲਦੀਆਂ। ਇਸ ਚੀਜ਼ ਦੇ ਵਿੱਚ ਸੁਚੇਤ ਵੀ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਚੀਜ਼ ਜਿਹੜੀ ਹੈ ਬਹੁਤ ਜ਼ਿਆਦਾ ਦੁੱਖ ਆਪਣੇ ਪਰਿਵਾਰ ਨੂੰ ਦੇ ਜਾਂਦੀ ਹੈ ਔਰ ਲੋਕਾਂ ਨੂੰ ਟ੍ਰੀਟਮੈਂਟ ਵੱਲ ਜਾਣਾ ਚਾਹੀਦਾ ਕਿਉਂਕਿ ਜੋ ਵੀ ਕਹੀਏ ਜਿਹੜਾ ਇਹ ਹੈਰੋਇਨ ਦਾ ਨਸ਼ਾ ਹੈ ਅਲਟੀਮੇਟਲੀ ਬਹੁਤ ਮਹਿੰਗਾ ਨਸ਼ਾ ਹੈ, ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਵਿੱਚ ਪਾਉਂਦਾ ਹੈ ਔਰ ਇਸ ਚੀਜ਼ 'ਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ ਕਿ ਆਪਾਂ ਜਿਹੜਾ ਜਾ ਕਰਕੇ ਜੋ ਸਰਕਾਰ ਮੁਫਤ ਵਿੱਚ ਦਵਾ ਦੇ ਰਹੀ ਹੈ ਓਟ ਸੈਂਟਰਸ ਦੇ ਵਿੱਚ, ਇਹ ਪੂਰੀ ਦੁਨੀਆ ਦੇ ਵਿੱਚ ਨਿਵੇਕਲਾ ਕਦਮ ਹੈ, ਇਸ ਦਾ ਫਾਇਦਾ ਲੈਣਾ ਚਾਹੀਦਾ। ਤਾਂ ਬਿਲਕੁਲ ਇਹ ਸਨ ਡਾਕਟਰ ਕੌਸਤੁਭ ਸ਼ਰਮਾ ਆਈਜੀ ਰੇਂਜ ਲੁਧਿਆਣਾ, ਜਿਨ੍ਹਾਂ ਦੇ ਵੱਲੋਂ ਬੀਤੇ ਸਾਲ ਦੀ ਜਿਹੜੀ ਕਿ ਕਾਰਗੁਜ਼ਾਰੀ ਹੈ ਉਸ ਦੇ ਉੱਤੇ ਸਾਰਾ ਚਾਨਣਾ ਪਾਇਆ ਕਿ ਰੇਂਜ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੇ ਨਾਲ ਰਹੀ ਹੈ, ਤੇ ਨਾਲ ਦੀ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਲੁਧਿਆਣਾ ਰੇਂਜ ਆਫਿਸ ਦੇ ਵਿੱਚ ਆ ਕੇ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ। ਕੈਮਰਾ ਪਰਸਨ ਸਨੀ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਲੁਧਿਆਣਾ। ਜੇ ਅੱਗੇ ਵਧਣਾ ਹੈ ਤਾਂ ਸਿੱਖਣਾ ਜ਼ਰੂਰੀ ਹੈ ਔਰ ਸਿੱਖਣ ਲਈ ਕਿਸੇ ਚੰਗੀ ਚੀਜ਼ ਤੋਂ ਲੈਣਾ ਪੈਂਦਾ ਹੈ ਸਬਕ। ਦੈਨਿਕ ਸਵੇਰਾ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਪੰਜਾਬੀ ਮੀਡੀਆ ਦਾ ਸਭ ਤੋਂ ਵੱਖਰਾ ਪ੍ਰੋਗਰਾਮ ਸਬਕ।